ਅੱਜ ਦੀ ਬਾਣੀ ਦੀ ਵਿਚਾਰ ਦੀ ਆਰੰਭਤਾ ਕਰੇ ਜੀ ਫਤਿਹ ਦੀ ਸਾਂਝ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਦਰ ਬਾਣੀ ਦੀ ਵਿਚਾਰ ਅਸੀਂ ਆਰੰਭ ਕੀਤੀ ਸੀ ਪਿਛਲੀ ਵਾਰੀ, ਔਰ ਸਿਰਫ ਇੱਕ ਇੰਟਰੋਡਕਸ਼ਨ ਕਿ ਇਸ ਬਾਣੀ ਦੀ ਬਣਤਰ ਕਿਹੋ ਜਿਹੀ ਹੈ, ਇਹਦਾ ਇਤਿਹਾਸ ਕੀ ਹੈ, ਅੱਜ ਦੇ ਸਮੇਂ ਦੇ ਵਿੱਚ ਇਹਦੇ 'ਚ ਕੀ ਚੇਂਜਿਸ ਆ ਗਏ ਨੇ, ਔਰ ਕਿਸ ਤਰ੍ਹਾਂ ਇਹਨੂੰ ਆਪਣੇ ਢੰਗ ਦੇ ਨਾਲ ਜਿਹੜੇ ਹੈ ਉਹ ਅਲੱਗ-ਅਲੱਗ ਮਰਿਆਦਾ ਜਾਂ ਅਲੱਗ-ਅਲੱਗ ਸੰਪਰਦਾਵਾਂ ਨੇ ਆਪਣੇ ਆਪਣੇ ਢੰਗ ਦੇ ਨਾਲ ਜਿਸ ਤਰ੍ਹਾਂ ਇਹਨੂੰ ਬਣਾਇਆ, ਔਰ ਰਹਿਰਾਸ ਦੇ ਲਿਖਣ ਦੀ ਜਿਹੜੀ ਤਰੀਕਾ ਹੈਗਾ ਇਹ ਵੀ ਬੜਾ ਫਰਕ ਹੈਗਾ। ਸਾਡੇ ਆਮ ਤੌਰ 'ਤੇ ਅਸੀਂ ਜਦੋਂ ਰਹਿਰਾਸ ਨੂੰ ਰਾਰਾ ਹਾਹਾ ਹਾਹੇ ਨੂੰ ਸਿਹਾਰੀ ਅਤੇ ਰਾਰਾ ਕੰਨਾ ਸੱਸਾ ਅਤੇ ਔਂਕੜ ਅਸੀਂ ਪਾ ਦਿੰਦੇ ਹਾਂ ਰਹਿਰਾਸ, ਪਰ ਐਕਚੁਅਲ ਦੇ ਵਿੱਚ ਇਸ ਤਰ੍ਹਾਂ ਰਹਿਰਾਸ ਨਹੀਂ ਹੈ। ਰਹਿਰਾਸ ਦਾ ਰਾਰਾ ਹਾਹਾ ਹਾਹਾ ਮੁਕਤਾ, ਫਿਰ ਰਾਰਾ, ਫਿਰ ਔਂਕੜ, ਫਿਰ ਸੱਸਾ ਸੱਸੇ ਨੂੰ ਸਿਹਾਰੀ ਹੈ। ਸੋ ਇਹ ਦੋਨਾਂ ਦੇ ਰਹਿਰਾਸ ਦੇ ਲਿਖਣ ਦਾ ਫਰਕ ਹੈ। ਇਸ ਅਸੀਂ ਕਈ ਜਗ੍ਹਾ ਉਸ ਤਰ੍ਹਾਂ ਦੇਖਦੇ ਹਾਂ, ਉਸ ਤਰ੍ਹਾਂ ਦੇਖਦੇ ਹਾਂ, ਅਤੇ ਇਹ ਵੀ ਵੱਖਰੀ। ਅਦਰਵਾਈਜ਼ ਰਹਿਰਾਸ ਟਾਈਟਲ ਦੇ ਹੇਠਾਂ ਇਹ ਬਾਣੀ ਨਹੀਂ ਹੈ। ਇਸ ਬਾਣੀ ਦਾ ਸਿਰਲੇਖ ਜਿਹੜਾ ਹੈ ਸੋਦਰ ਹੈ। ਸੋ ਇਸ ਬਾਣੀ ਨੂੰ ਅਸੀਂ ਸੋਦਰ ਦੀ ਬਾਣੀ ਕਹੀਏ, ਨਾ ਕਿ ਰਹਿਰਾਸ ਦੀ ਬਾਣੀ। ਇਹ ਵੀ ਥੋੜ੍ਹਾ ਜਿਹਾ ਅਸੀਂ ਧਿਆਨ ਰੱਖੀਏ। ਸੋ ਸਿਰਲੇਖ ਦੀ ਜਿਹੜੀ ਹੈ ਆਪਣੀ ਇੱਕ ਇੰਪੋਰਟੈਂਸ ਹੁੰਦੀ ਹੈ। ਜਦ ਤੱਕ ਅਸੀਂ ਕਿਸੇ ਵੀ ਬਾਣੀ ਦੇ ਸਿਰਲੇਖ ਨੂੰ ਨਹੀਂ ਪੜ੍ਹਦੇ ਨਾ, ਸਾਡੀ ਬਾਣੀ ਦੀ ਪੂਰੀ ਸਮਝ ਸਾਨੂੰ ਨਹੀਂ ਆਉਂਦੀ। ਅਸੀਂ ਡਾਇਰੈਕਟ ਸ਼ਬਦ ਜਾਂ ਡਾਇਰੈਕਟ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦੇ ਹਾਂ, ਔਰ ਟਾਈਟਲ ਦੇ ਉੱਤੇ ਇਤਨਾ ਧਿਆਨ ਨਹੀਂ ਦਿੰਦੇ। ਹੁਣ ਇਸ ਟਾਈਟਲ ਨੂੰ ਅਸੀਂ ਜੇਕਰ ਅਸੀਂ ਪੜ੍ਹਦੇ ਵੀ ਹਾਂ ਅਤੇ ਅਸੀਂ ਇਸ ਤਰ੍ਹਾਂ ਪੜ੍ਹ ਜਾਂਦੇ ਹਾਂ, ਸੋਦਰ ਰਾਗ ਆਸਾ ਮਹਿਲਾ ਪਹਿਲਾ, ਇਸ ਤਰ੍ਹਾਂ ਹੀ ਪੜ੍ਹਦੇ ਹਾਂ ਨਾ। ਪਰ ਇਹਨੂੰ ਅਸੀਂ ਪੜ੍ਹਨ ਦਾ ਤਰੀਕਾ ਥੋੜ੍ਹਾ ਜਿਹਾ ਬਦਲੀਏ ਅਤੇ ਫਿਰ ਸਾਨੂੰ ਇਸ ਬਾਣੀ ਦੇ ਟਾਈਟਲ ਔਰ ਅਗਲੀਆਂ ਗੱਲਾਂ ਸੌਖੀਆਂ ਸਮਝ ਆ ਜਾਣਗੀਆਂ। ਇਸ ਬਾਣੀ ਨੂੰ ਦੇ ਟਾਈਟਲ ਨੂੰ ਪੜ੍ਹਨ ਵੇਲੇ ਸਭ ਥੋੜ੍ਹਾ ਧਿਆਨ ਰੱਖੀਏ। ਇਸ ਬਾਣੀ ਨੂੰ ਪੜ੍ਹੀਏ ਸੋ ਦਰ ਰਾਗ ਆਸਾ ਮਹਿਲਾ ਪਹਿਲਾ। ਇਸ ਤਰ੍ਹਾਂ ਰੁਕ ਕੇ ਪੜ੍ਹਾਂਗੇ ਤਾਂ ਸਾਨੂੰ ਸਮਝ ਆਏਗੀ ਕਿ ਬਾਣੀ ਦਾ ਟਾਈਟਲ ਹੈ ਸੋ ਦਰ ਰਾਗ ਆਸਾ ਮਹਿਲਾ ਪਹਿਲਾ ਦੀ ਉਚਾਰਨ ਕੀਤੀ ਹੋਈ ਹੈ ਬਾਣੀ ਹੈ, ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ। ਸੋ ਇਹਨੂੰ ਅਸੀਂ ਰੁਕ ਕੇ ਇਸ ਤਰੀਕੇ ਨਾਲ ਪੜ੍ਹੀਏ, ਸੋ ਦਰ ਰਾਗ ਆਸਾ ਮਹਿਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਵੀ ਖਾਸ ਧਿਆਨ ਦੇਣ ਵਾਲੀ ਗੱਲ ਹੈ। ਜਿਸ ਬਾਣੀ ਦੇ ਉੱਤੇ, ਵੈਸੇ ਤਾਂ ਸਾਰੀ ਬਾਣੀ ਦੇ ਉੱਤੇ ਟਾਈਟਲ ਜਿਹੜਾ ਨਾ ਸਭ ਤੋਂ ਪਹਿਲਾ ਅੱਖਰ ਇੱਕ ਓਂਕਾਰ ਹੈ। ਇੱਕ ਓਂਕਾਰ ਦੇ ਸਿਧਾਂਤ 'ਤੇ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਕੋਈ ਵੀ ਬਾਣੀ ਦਾ ਸ਼ਬਦ, ਕੋਈ ਵੀ ਸ਼ਲੋਕ, ਕੋਈ ਵੀ ਅੱਖਰ, ਕੋਈ ਵੀ ਪੰਕਤੀ ਜਿਹੜਾ ਸਾਨੂੰ ਇੱਕ ਦੇ ਸਿਧਾਂਤ ਤੋਂ, ਇੱਕ ਓਂਕਾਰ ਦੇ ਸਿਧਾਂਤ ਤੋਂ ਵੱਖਰਾ ਲੈ ਜਾਂਦੀ ਹੈ, ਤਾਂ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਕਿ ਇਹ ਬਾਣੀ ਦੇ ਅਰਥ ਜਿਹੜੇ ਨੇ ਕਿਤੇ ਹੋਰ ਪਾਸੇ ਕੀਤੇ ਜਾ ਰਹੇ ਨੇ। ਪਰ ਹਰ ਸ਼ਬਦ ਔਰ ਹਰ ਬਾਣੀ ਦੇ ਉੱਤੇ ਵੀ ਸਾਨੂੰ ਇਹ ਸਿਰਲੇਖ ਸ਼ਾਰਟ ਫਾਰਮ ਦੇ ਵਿੱਚ, ਉਹ ਇੱਕ ਓਂਕਾਰ ਤੋਂ ਗੁਰਪ੍ਰਸਾਦ ਦਾ ਸਾਰਾ ਹੀ ਉਹਦਾ ਸ਼ਾਰਟ ਫਾਰਮ ਹੀ ਹੁੰਦਾ। ਇੱਕ ਓਂਕਾਰ ਗੁਰਪ੍ਰਸਾਦ, ਉਹ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ, ਗੁਰਪ੍ਰਸਾਦ ਦਾ ਹੀ ਸ਼ਾਰਟ ਫਾਰਮ ਹੈਗਾ ਇੱਕ ਓਂਕਾਰ ਗੁਰਪ੍ਰਸਾਦ। ਭਾਵ ਇਹ ਜਿਹੜਾ ਸਿਧਾਂਤ ਹੈ, ਇਸ ਸਿਧਾਂਤ ਦੇ ਆਧਾਰਿਤ ਹੀ ਇਹ ਬਾਣੀ ਹੈ। ਇਸ ਗੱਲ ਨੂੰ ਪਹਿਲੇ ਅਸੀਂ ਬੜੇ ਧਿਆਨ ਨਾਲ ਔਰ ਬੜੇ ਦਿਮਾਗ ਦੇ ਵਿੱਚ ਅਸੀਂ ਸੋਚ ਨੂੰ ਲੈ ਕੇ ਚੱਲੀਏ ਕਿ ਇਹ ਬਾਣੀ ਇਸ ਸਿਧਾਂਤ ਦੇ ਅਨੁਰੂਪ ਹੈ, ਇਸ ਸਿਧਾਂਤ ਦੇ ਹੇਠਾਂ ਲਿਖੀ ਗਈ ਹੈ। ਸੋ ਇਹ ਟਾਈਟਲ ਦਾ ਹੀ ਇੰਪੋਰਟੈਂਸ ਹੈ। ਔਰ ਬਾਣੀ ਦੇ ਰੂਪ 'ਚ ਵੀ ਜਦੋਂ ਅਸੀਂ, ਮੈਨੂੰ ਪਿੱਛੇ ਜੇ ਨਾ ਕੁਛ ਸੱਜਣ ਮਿਲੇ ਅਤੇ ਜਪਜੀ ਸਾਹਿਬ ਦੀ ਜਦੋਂ ਅਸੀਂ ਅਰਥ ਕੀਤੇ ਨੇ, ਸਾਰਿਆਂ ਦੇ ਨਾਲ ਅਸੀਂ ਸਾਂਝ ਕੀਤੇ ਨੇ, ਮੈਨੂੰ ਕਹਿਣ ਲੱਗੇ ਕਿ ਜਪਜੀ ਸਾਹਿਬ ਦੇ ਜਿਹੜੇ ਨਾ ਇੱਕ ਅਰਥ ਜਿਹੜੇ ਨਾ ਸੌਖੇ ਲਫ਼ਜ਼ਾਂ 'ਚ ਕਰ ਦਿਓ, ਮਤਲਬ ਇਤਨੇ ਛੋੜੇ ਲਫ਼ਜ਼ਾਂ ਦੇ ਵਿੱਚ ਹੋਣ, 2-4 ਲਾਈਨਾਂ ਦੇ ਵਿੱਚ, ਤਾਂ ਕਿ ਉਹ ਛੋਟੀ ਪੋਕਟ ਜੇਬ 'ਚ ਆ ਜਾਏ, ਇੰਨੀ ਬੁੱਕ ਆ ਜਾਏ ਕਿ ਸਾਡੀ ਜੇਬ 'ਚ ਪਈ ਹੈ, ਕੋਈ ਬੱਚਾ ਵੀ ਕੋਈ ਵੱਡਾ ਵੀ ਜਿਸ ਟਾਈਮ ਹੋਏ ਉੱਥੇ ਉਹ ਪੋਕਟ 'ਚੋਂ ਦੇਖ ਕੇ ਮਤਲਬ ਉਹਦੇ ਅਰਥ ਦੇਖ ਲਏ। ਅਤੇ ਮੈਨੂੰ ਉਸ ਟਾਈਮ ਇੱਕ ਗੱਲ ਸਮਝ ਆਈ। ਮੈਂ ਕਿਹਾ ਜਦੋਂ ਅਸੀਂ ਸ਼ਾਰਟ ਦੇ ਵਿੱਚ ਕਰ ਦਿੰਦੇ ਹਾਂ ਨਾ ਕਿਸੇ ਚੀਜ਼ ਨੂੰ, ਇੱਕ ਲਾਈਨ 2 ਲਾਈਨਾਂ ਦੇ ਵਿੱਚ, ਅਤੇ ਅਸੀਂ ਸਿਧਾਂਤ ਪੂਰਾ ਕਲੀਅਰ ਨਹੀਂ ਕਰ ਪਾਉਂਦੇ। ਅਸੀਂ ਇੱਕ ਓਂਕਾਰ ਦੇ ਸਿਧਾਂਤ ਨੂੰ ਵੀ ਅੱਜ ਬੱਚਿਆਂ ਨੂੰ ਕਿਸੇ ਨੂੰ ਪੁੱਛ ਲਓ ਕਿ ਇੱਕ ਓਂਕਾਰ ਦਾ, ਵੱਡਿਆਂ ਨੂੰ ਵੀ ਇੱਕ ਓਂਕਾਰ ਦਾ ਕੀ ਅਰਥ ਹੈ, ਸਾਨੂੰ ਇੱਕ ਲਾਈਨ ਦੇ ਵਿੱਚ ਅਰਥ ਮਿਲੇਗਾ, ਗੋਡ ਇਜ਼ ਵਨ। ਇਹੀ ਅਰਥ ਮਿਲਦੇ ਨੇ। ਬੱਚਿਆਂ ਨੂੰ ਪੁੱਛ ਲਓ, ਵੱਡਿਆਂ ਨੂੰ ਪੁੱਛ ਲਓ, ਇੱਕ ਓਂਕਾਰ ਦੇ ਕੀ ਅਰਥ, ਇੱਕ ਓਂਕਾਰ ਰੱਬ ਇੱਕ ਹੈ, ਗੋਡ ਇਜ਼ ਵਨ। ਕੀ ਇੱਕ ਓਂਕਾਰ ਦੇ ਇਹੀ ਅਰਥ ਨੇ? ਇੱਕ ਲਾਈਨ ਦੇ ਵਿੱਚ ਅਸੀਂ ਇੱਕ ਓਂਕਾਰ ਨੂੰ ਬਿਆਨ ਕਰ ਸਕਦੇ ਹਾਂ, ਗੋਡ ਇਜ਼ ਵਨ, ਰੱਬ ਇੱਕ ਹੈ, ਬਸ।
ਮੈਨੂੰ ਨਹੀਂ ਲੱਗਦਾ ਕਿ ਅਸੀਂ ਇਸ ਲਾਈਨ ਦੇ ਨਾਲ ਇਸ ਪੂਰੇ ਸਿਧਾਂਤ ਨੂੰ ਅਸੀਂ ਕਲੀਅਰ ਕਰ ਪਾਏ ਹਾਂ, ਨਾ ਬੱਚਿਆਂ ਨੂੰ ਸਮਝਾ ਪਾਏ ਹਾਂ। ਜੇ ਅਸੀਂ ਕਹਿੰਦੇ ਹਾਂ ਰੱਬ ਇੱਕ ਹੈ, ਗੋਡ ਇਜ਼ ਵਨ, ਤੇ ਸਾਰੇ ਹੀ ਇਹੀ ਕਹਿੰਦੇ ਨੇ। ਕਿਹੜਾ ਦੱਸੋ ਮਜ਼ਹਬ ਹੈਗਾ ਜਾਂ ਦੁਨੀਆ ਦਾ ਕਿਹੜਾ ਬੰਦਾ ਜਿਹੜਾ ਕਹਿੰਦਾ, ਕੋਈ ਕਹਿੰਦੇ ਨੇ ਰੱਬ ਇੱਕ ਹੈ, ਉਹਦੇ ਰੂਪ ਵੱਖਰੇ ਵੱਖਰੇ ਨੇ, ਕਈ ਕਹਿੰਦੇ ਖੁਦਾ ਇੱਕ ਹੈ, ਸਾਰੇ ਇਹੀ ਕਹਿੰਦੇ। ਫਿਰ ਸਾਡੀ ਯੂਨੀਕਨੈਸ ਕਿਵੇਂ ਹੈ? ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਵੱਖਰੇ ਹਾਂ? ਗੁਰੂ ਨਾਨਕ ਸਾਹਿਬ ਨੇ ਵੱਖਰਾ ਸਿਧਾਂਤ ਦਿੱਤਾ। ਉਹ ਵੱਖਰਾ ਸਿਧਾਂਤ ਗੁਰੂ ਨਾਨਕ ਸਾਹਿਬ ਦਾ ਇਹੀ ਹੈ ਕਿ ਉਹ ਜਿਹੜਾ ਇੱਕ ਹੈ, ਉਹ ਹੁਕਮ ਰੂਪ ਦੇ ਵਿੱਚ, ਕਾਰ ਰੂਪ ਦੇ ਵਿੱਚ ਸਭ ਕੁਝ ਸਭ ਪਾਸੇ ਵਰਤੇ। ਉਹ ਤਾਂ ਬੜੀ ਵੱਡੀ ਵਿਆਖਿਆ, ਬੜਾ ਵੱਡਾ ਸਿਧਾਂਤ ਹੈ। ਅਸੀਂ ਉਸ ਗੱਲ ਤੱਕ ਨਹੀਂ ਸਮਝਾ ਪਾਏ, ਅਸੀਂ ਆਪ ਵੀ ਨਹੀਂ ਸਮਝ ਪਾਏ। ਸੋ ਇਸ ਕਰਕੇ ਜਦੋਂ ਅਸੀਂ ਸ਼ਾਰਟ ਦੇ ਵਿੱਚ ਕਰ ਦਿੰਦੇ ਹਾਂ ਤਾਂ ਸ਼ਾਇਦ ਉਸ ਸਿਧਾਂਤ ਤੋਂ ਕਿਤੇ ਨਾ ਕਿਤੇ ਵਾਂਝੇ ਰਹੇ ਨੇ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੇਣਾ ਚਾਹਿਆ। ਸੋ ਜਦੋਂ ਅਸੀਂ ਇਹ ਸਮਝ ਲਿਆ ਕਿ ਇਹਦਾ ਸਿਰਲੇਖ ਜਿਹੜਾ ਹੈ ਉਹ ਇੱਕ ਓਂਕਾਰ ਹੈ, ਸਤਿਗੁਰ ਪ੍ਰਸਾਦ ਹੈ, ਇੱਕ ਓਂਕਾਰ ਤੋਂ ਸਤਿਗੁਰ ਪ੍ਰਸਾਦ ਹੈ। ਯਾਨੀ ਕਿ ਉਸ ਪੂਰੇ ਅਸੀਂ ਸਿਧਾਂਤ ਨੂੰ ਅਸੀਂ ਸਮਝ ਚੁੱਕਿਆ ਕਿ ਇੱਕ ਓਂਕਾਰ ਦਾ ਉਸ ਰੱਬੀ ਨਿਯਮ ਦਾ ਕੀ ਸਿਧਾਂਤ ਹੈ ਔਰ ਗੁਰੂ ਨਾਨਕ ਸਾਹਿਬ ਨੇ ਕੀ ਦੁਨੀਆ ਨੂੰ ਦੇਣ ਦਿੱਤੀ ਹੈ ਵੱਖਰੀ ਦੁਨੀਆ ਤੋਂ। ਸੋ ਜਦੋਂ ਇਸ ਸ਼ਬਦ ਦੇ ਅਰਥ ਕਰਨ ਜਾਵਾਂਗੇ, ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਸਿਧਾਂਤ ਦਿੱਤਾ ਨਾ ਕਿ ਉਹ ਕਾਰ ਰੂਪ ਦੇ ਵਿੱਚ, ਭਾਵ ਹੁਕਮ ਦੇ ਵਿੱਚ, ਰੂਪ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਵਰਤ ਰਿਹਾ, ਕਣ ਕਣ ਦੇ ਵਿੱਚ, ਕੋਈ ਵੱਖਰਾ ਜਗ੍ਹਾ ਨਹੀਂ ਉਸ ਦੀ, ਘੱਟ ਘੱਟ ਮੈਂ ਹਰ ਜੂ ਬਸੈ, ਇਹ ਸਿਧਾਂਤ ਹੈ ਨਾ। ਸਭੈ ਘਟ ਰਾਮ ਬੋਲੇ, ਤੇ ਜਦੋਂ ਉਹ ਸਭੈ ਘਟ ਰਾਮ ਬੋਲੇ, ਇੱਕ ਇੱਕ ਕਣ ਕਣ ਦੇ ਵਿੱਚ ਵਿਆਪਕ ਔਰ ਇੱਕ ਓਂਕਾਰ ਦਾ ਸਿਧਾਂਤ ਗੁਰੂ ਸਾਹਿਬ ਨੇ ਉੱਤੇ ਲਿਖਿਆ ਹੋਇਆ ਹੈ, ਤੇ ਫਿਰ ਕਿਸੇ ਵੱਖਰੇ ਦਰਬਾਰ ਲਗਾ ਕੇ ਦੀ ਗੱਲ ਗੁਰੂ ਨਾਨਕ ਸਾਹਿਬ ਨਹੀਂ ਕਰ ਸਕਦੇ। ਜਿਹੜਾ ਕਿ ਇਸ ਸ਼ਬਦ ਦੇ ਅਰਥ ਕੀਤੇ ਨੇ ਕਿ ਇੱਕ ਦਰਬਾਰ ਲੱਗਾ ਹੋਇਆ, ਉਸ ਦਰਬਾਰ ਦੇ ਵਿੱਚ ਉਹ ਅਕਾਲ, ਉਹ ਰੱਬ, ਉਹ ਪਰਮਾਤਮਾ ਬੈਠਾ ਹੋਇਆ, ਅਤੇ ਪਰਮਾਤਮਾ ਦੀ ਉਸਤਤ ਦੇ ਵਿੱਚ ਉਹ ਦੇਵੀ ਦੇਵਤੇ ਗਾ ਰਹੇ ਨੇ, ਇੰਦਰ ਦੇਵਤਾ ਗਾ ਰਿਹਾ, ਅਤੇ ਧਰਤੀ ਅਤੇ ਹੋਰ ਸਭ ਉਹਦੇ ਬ੍ਰਹਮਾ ਵਿਸ਼ਨੂੰ ਅਤੇ ਸਾਰੇ ਜਿਹੜੇ ਨੇ ਉਹਦੀ ਉਸਤਤ ਕਰ ਰਹੇ ਨੇ। ਇਸ ਤਰ੍ਹਾਂ ਦਾ ਸੀਨ ਪੇਸ਼ ਕਰਕੇ ਅਸੀਂ ਇਸ ਦੇ ਅਰਥ ਕੀਤੇ ਨੇ ਇਸ ਸ਼ਬਦ ਦੇ। ਸੋਦਰ ਤੇਰਾ ਕਿਹਾ ਸੋ ਕਰਕੇ ਜਿਤ ਬੈ ਸਰਬ ਸੰਭਾਲੇ, ਉਹ ਸਾਰੀਆਂ ਉਸ ਅਰਥਾਂ ਦੇ ਨੂੰ ਅਸੀਂ ਗੁਰੂ ਨਾਨਕ ਸਾਹਿਬ ਨੇ ਜੋ ਸਿਧਾਂਤ ਦਿੱਤਾ ਇੱਕ ਓਂਕਾਰ ਦਾ, ਹਰ ਇੱਕ ਕਣ ਕਣ ਦੇ ਵਿੱਚ ਵਿਆਪਕ ਹੋਣ ਦਾ, ਉਹ ਵੱਖਰੇ ਕਿਸੇ ਥਾਂ 'ਤੇ ਜਾਂ ਜਗ੍ਹਾ ਦੇ ਉੱਤੇ ਉਸ ਦਰਬਾਰ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨਹੀਂ ਕਰ ਸਕਦੇ ਕਿ ਇੱਕ ਵੱਖਰੀ ਜਗ੍ਹਾ ਬੈਠਾ। ਇਸਲਾਮ ਦੇ ਵਿੱਚ ਨਾ ਇਸ ਤਰ੍ਹਾਂ ਦਾ ਹੀ ਇੱਕ ਸੀਨ ਪੇਸ਼ ਕੀਤਾ ਹੋਇਆ। ਉਹਦੇ ਵਿੱਚ ਵੀ ਕਹਿੰਦੇ ਨੇ ਕਿ ਖੁਦਾ ਸਵਰਗਾਂ ਦੇ ਵਿੱਚ ਦਰਬਾਰ ਲਾ ਕੇ ਬੈਠਦਾ, ਅਤੇ ਉਹਦੇ ਵੱਡੇ ਸਲਾਹਕਾਰ ਨੇ ਜਿਹੜੇ ਖਾਸ, ਉਹ ਉਹਨਾਂ ਦੀ ਗਿਣਤੀ ਦੱਸੀ ਹੈ 70 ਸਲਾਹਕਾਰ ਉਹਦੇ ਆਸੇ ਪਾਸੇ ਬੈਠੇ ਹੁੰਦੇ ਨੇ, ਖਾਸ ਪੈਗੰਬਰ ਜਿਹਨੂੰ ਕਹਿੰਦੇ। ਔਰ ਫਿਰ ਉਸ ਤੋਂ ਬਾਅਦ ਪੈਗੰਬਰ, 1.25 ਲੱਖ ਪੈਗੰਬਰ ਨੇ, ਉਹ ਵੀ ਬੈਠੇ ਨੇ ਉੱਥੇ ਹੀ। ਉਸ ਤੋਂ ਬਾਅਦ 88 ਸ਼ਾਇਦ ਲੱਖ ਦੇ ਕਰੀਬ ਸ਼ੇਖ ਵੱਡੇ ਵੱਡੇ, ਉਹ ਵੀ ਉੱਥੇ ਬੈਠੇ ਨੇ। ਇੰਨਾ ਵੱਡਾ ਦਰਬਾਰ ਹੈ ਉਹ। ਅਤੇ ਫਿਰ ਪਤਾ ਨਹੀਂ 56 ਕਰੋੜ ਜਿਹੜੇ ਸੇਵਾਦਾਰ, ਐਸੇ ਇੰਨਾ ਵੱਡਾ ਦਰਬਾਰ ਹੈ। ਇਸ ਲਈ ਮਤਲਬ ਉਹ ਇੱਕ ਅਲੱਗ ਸੀਨ ਪੇਸ਼ ਕਰਦੇ ਨੇ ਇਸਲਾਮ ਦੇ ਜਿਹੜੇ ਸਮਝਣ ਵਾਲੇ ਨੇ, ਇੱਕ ਖੁਦਾ ਦਾ ਦਰਬਾਰ ਹੈ। ਤਾਂ ਕਬੀਰ ਸਾਹਿਬ ਵੀ ਉਸ ਦਰਬਾਰ ਦਾ ਜ਼ਿਕਰ ਕਰਦੇ ਨੇ, ਕਹਿੰਦੇ ਜੇ ਤੁਹਾਡਾ ਇਸ ਤਰ੍ਹਾਂ ਦਾ ਦਰਬਾਰ ਹੈ, ਅਤੇ ਕਹਿੰਦੇ ਨੇ ਮੈਂ ਉਸ ਦਰਬਾਰ ਦੇ ਵਿੱਚ ਜਾਵਾਂ ਅਤੇ ਮੇਰੀ ਕੀ ਹਾਲਤ ਹੋਏ। ਕਹਿੰਦੇ ਨੇ 70 ਸੋਏ ਸਲਾਰ ਹੈ ਜਾ ਕੇ, 1.25 ਲੱਖ ਪੈਗੰਬਰ ਤਾਂ ਕੇ, ਸੇਖ ਜੋ ਕਈਅਤ ਕੋਟ 88, 56 ਕੋਟ ਜਾ ਕੇ ਖੇਲ ਖਾਸੀ, ਮੋਹ ਗਰੀਬ ਕੀ ਕੌਣ ਗੁਜ਼ਰਾਵਾ, ਮਸਰਤ ਦਰ ਮਹਿਲ। ਕਹਿੰਦੇ ਮੈਨੂੰ ਗਰੀਬ ਨੂੰ ਉੱਥੇ ਕੌਣ ਪੁੱਛੇਗਾ, ਐਡੇ ਐਡੇ ਵੱਡੇ ਮਹਿਲ ਦੇ ਵਿੱਚ ਜੇ ਉਹ ਰੱਬ ਬੈਠਾ ਹੈ, ਅਤੇ ਮੈਂ ਗਰੀਬ, ਮੈਂ ਉੱਥੇ ਜਾਵਾਂਗਾ, ਮੇਰੀ ਪੁੱਛ ਕੀ ਹੋਣੀ ਹੈ। ਉਹ ਸਾਰਾ ਸ਼ਬਦ ਜਿਹੜਾ ਹੈ ਉਹ ਕਬੀਰ ਸਾਹਿਬ ਦਾ ਬੜਾ ਕਮਾਲ ਦਾ ਸ਼ਬਦ ਹੈ। ਉਸ ਦੇ ਅਖੀਰ ਦੇ ਵਿੱਚ ਕਬੀਰ ਸਾਹਿਬ ਉਸ ਸਵਰਗਾਂ ਦਾ ਵੀ ਜ਼ਿਕਰ ਕਰਦੇ ਨੇ, ਇਸ ਤਰ੍ਹਾਂ ਵਿਸ਼ ਦਾ ਵੀ ਜ਼ਿਕਰ ਕਰਦੇ ਨੇ।
ਤੇ ਕਹਿੰਦੇ ਨੇ ਮੈਨੂੰ ਕਬੀਰ ਸਾਹਿਬ ਆਪਣੀ ਗੱਲ ਕਰਦੇ ਨੇ, ਪਤਾ ਕੀ ਕਹਿੰਦੇ ਨੇ? ਕਹਿੰਦੇ ਦਾਸ ਕਬੀਰ ਤੇਰੀ ਪਨਹ ਸਮਾਨਾ, ਬਿਸ਼ਤ ਨਜ਼ੀਕ ਰਾਖ ਰਹਿਮਾਨਾ। ਕਹਿੰਦੇ ਮੇਰੀ ਦਾਸ ਗਰੀਬ ਮੇਰੀ ਤੇ ਤੂੰ ਬਾਂਹ ਫੜ, ਬਿਸ਼ਤ ਮੈਨੂੰ ਤੇ ਬਿਸ਼ਤ ਉਦੋਂ ਹੀ ਹੈ ਜਦੋਂ ਤੂੰ ਮੈਨੂੰ ਆਪਣੇ ਕੋਲ, ਜਦੋਂ ਮੈਂ ਆਪਣੇ ਕੋਲ ਤੈਨੂੰ ਮਹਿਸੂਸ ਕਰਦਾ। ਮੇਰਾ ਸਵਰਗ ਉਹੀ ਹੈ, ਕੋਈ ਵੱਖਰਾ ਸਵਰਗ ਨਹੀਂ ਹੈ। ਸੋ ਇਹ ਕਬੀਰ ਸਾਹਿਬ ਦੀ ਸੋਚ ਹੈ। ਔਰ ਕਬੀਰ ਸਾਹਿਬ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਕਬੀਰ ਸਾਹਿਬ ਇਹੋ ਜਿਹੇ ਮਹਿਲ, ਇਹੋ ਜਿਹੇ ਦਰਬਾਰ, ਇਹੋ ਜਿਹੀਆਂ ਦੇਸ਼, ਇਹੋ ਜਿਹੀ ਜਗ੍ਹਾ ਨੂੰ ਕੰਡੈਮ ਕਰਦੇ ਨੇ। ਅਤੇ ਉਸ ਕਬੀਰ ਸਾਹਿਬ ਦਾ ਸ਼ਬਦ ਜੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਗੁਰੂ ਨਾਨਕ ਸਾਹਿਬ ਵੀ ਜਿਹੜਾ ਹੈ ਉਸ ਦਰਬਾਰ ਦਾ ਉਸ ਢੰਗ ਦੇ ਨਾਲ ਜ਼ਿਕਰ ਨਹੀਂ ਕਰ ਸਕਦੇ ਜਿਸ ਢੰਗ ਦੇ ਨਾਲ ਅਸੀਂ ਇਸ ਸ਼ਬਦ ਦੇ ਅਰਥ ਸਮਝੇ। ਫਿਰ ਇਸ ਸ਼ਬਦ ਦੇ ਅਰਥ ਕਿਸ ਤਰ੍ਹਾਂ ਸਮਝਾਇਆ ਨਾ? ਸ਼ਬਦ ਦੇ ਅਰਥ ਸਮਝਣ ਵਾਸਤੇ ਸਾਨੂੰ 3 ਚੀਜ਼ਾਂ ਜ਼ਿਆਦਾ ਧਿਆਨ ਦੇਣ ਵਾਲੀਆਂ ਸਮਝਣੀਆਂ। ਮਤਲਬ ਕਹਿੰਦਾ ਕਿ ਇਸ ਸ਼ਬਦ ਦੇ ਵਿੱਚ ਜੇ ਕਬੀਰ ਸਾਹਿਬ ਜਾਂ ਇਸ ਗੱਲ ਨੂੰ ਕੰਡੈਮ ਕਰਦੇ ਨੇ ਕਿ ਕੋਈ ਵੱਖਰਾ ਦਰਬਾਰ ਨਹੀਂ ਹੈ, ਔਰ ਸਾਰੀ ਬਾਣੀ ਇੱਕ ਓਂਕਾਰ ਦੇ ਸਿਧਾਂਤ ਪੂਰੀ ਕਾਇਨਾਤ ਦੇ ਵਿੱਚ ਉਸ ਰੱਬ, ਉਸ ਅਕਾਲ ਪੁਰਖ ਦੇ ਵਾਸ ਨੂੰ ਦਾ ਜ਼ਿਕਰ ਕਰਦੀ ਹੈ, ਬਾਰ-ਬਾਰ ਜ਼ਿਕਰ ਕਰਦੀ ਹੈ। ਅਤੇ ਇਹਦਾ ਮਤਲਬ ਇਸ ਸ਼ਬਦ ਦੇ ਵਿੱਚ ਕੁਝ ਖਾਸ ਰਮਜ਼ ਵੀ ਹੈਗੀ ਹੈ। ਉਸ ਰਮਜ਼ ਨੂੰ ਸਮਝਣ ਵਾਸਤੇ ਸਾਨੂੰ 2-3 ਗੱਲਾਂ ਖਾਸ ਸਮਝਣੀਆਂ ਪੈਣੀਆਂ। ਉਹ ਹੈ ਸੋ ਦਰ ਸੋ ਘਰ। ਦਰ ਦਾ ਮਤਲਬ ਦਰਵਾਜ਼ਾ ਵੀ ਹੈ, ਔਰ ਦਰ ਦਾ ਮਤਲਬ ਦਰਬਾਰ ਵੀ ਹੈ। ਇਹ 2 ਚੀਜ਼ਾਂ ਜਿਹੜੀਆਂ ਖਾਸ ਸਾਨੂੰ ਇਹ ਲਫ਼ਜ਼ਾਂ ਨੂੰ ਪਹਿਲੇ ਸਮਝਣਾ ਪਏਗਾ। ਦੇਖੋ, ਦਰ ਜਾਂ ਦਰਵਾਜ਼ੇ ਦੇ ਅੱਗੇ ਇੱਕ ਲਫ਼ਜ਼ ਲਗਾਤਾ ਸੋ, ਔਰ ਦਰ ਦੇ ਰਾਰੇ ਨੂੰ ਲੱਗੀ ਹੈ ਔਂਕੜ। ਇਹਦਾ ਮਤਲਬ ਖਾਸ ਦਰਵਾਜ਼ਾ। ਔਰ ਸੋ ਅਸੀਂ ਉਦੋਂ ਲਗਾਉਂਦੇ ਹਾਂ, ਸੋ ਦਾ ਮਤਲਬ ਹੈਗਾ ਜਦੋਂ ਅਸੀਂ ਇੰਗਲਿਸ਼ ਦੇ ਵਿੱਚ ਜਦੋਂ ਅਸੀਂ ਕਿਸੇ ਖਾਸ ਚੀਜ਼ ਨੂੰ ਡਿਨੋਟ ਕਰਨਾ ਹੁੰਦਾ ਨਾ, ਅਸੀਂ ਉਹਦੇ ਅੱਗੇ ਲਾ ਦਿੰਦੇ ਹਾਂ ਦ ਕਾਰ, ਦ ਮੈਨ, ਹੈ ਨਾ, ਦ ਕਰਕੇ ਉਹਨੂੰ ਦਾ ਕਰਕੇ ਸੰਬੋਧਿਤ ਕਰਦੇ ਕਿ ਇਹਦਾ ਮਤਲਬ ਇਹਦੇ 'ਚ ਕੁਝ ਖਾਸ ਗੱਲ ਹੈ। ਗੁਰੂ ਨਾਨਕ ਸਾਹਿਬ ਨੇ ਉਸ ਗੱਲ ਨੂੰ ਹੀ ਇਸਤੇਮਾਲ ਕੀਤਾ ਹੈ ਕਿ ਦਰ ਦੇ ਅੱਗੇ ਸੋ ਲਾਤਾ, ਸੋ ਦਰ, ਉਹ ਖਾਸ ਦਰ। ਸੋ ਉਸ ਖਾਸ ਦਰ ਨੂੰ ਸਾਨੂੰ ਸਮਝਣਾ ਪਏਗਾ। ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ, ਮਹਿਲਾ ਪਹਿਲਾ, ਅਸੀਂ ਸ਼ਬਦ ਆਮ ਸੁਣਿਆ ਹੋਇਆ, ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ। ਹੁਣ ਉਸ ਦੇ ਵਿੱਚ ਵੀ ਪੂਰੀ ਕਾਇਨਾਤ ਦੇ ਵਿੱਚ ਉਸ ਅਕਾਲ ਪੁਰਖ ਦੇ ਵਾਸੇ ਦਾ ਜ਼ਿਕਰ ਹੈ। ਤੂੰ ਦਰਿਆਓ, ਅਤੇ ਆਪਣੇ ਆਪ ਨੂੰ ਕਿਹਾ ਮੈਂ ਮਛਲੀ। ਹੁਣ ਮਛਲੀ ਜਿਹੜੀ ਹੁੰਦੀ ਹੈ ਉਹ ਮਤਲਬ ਉਹਦੇ ਅੰਦਰ ਵੀ ਪਾਣੀ ਹੈ ਅਤੇ ਉਹਦੇ ਬਾਹਰ ਵੀ ਪਾਣੀ ਹੈ, ਉਹ ਪਾਣੀ ਵਿੱਚ ਹੀ ਰਹਿੰਦੀ ਹੈ, ਪਾਣੀ ਤੋਂ ਬਗੈਰ ਮਤਲਬ ਉਹਦੇ ਚਾਰੋਂ ਤਰਫ ਪਾਣੀ ਪਾਣੀ। ਇਸ ਤਰ੍ਹਾਂ ਉਹ ਗੁਰੂ ਸਾਹਿਬ ਉਸ ਚੀਜ਼ ਦਾ ਜ਼ਿਕਰ ਕਰਦੇ ਨੇ ਕਿ ਇਹ ਪੂਰੀ ਕਾਇਨਾਤ ਦੇ ਵਿੱਚ ਉਸ ਅਕਾਲ ਪੁਰਖ ਦਾ ਵਾਸ ਹੈ, ਉਸ ਤੋਂ ਇਲਾਵਾ ਕੁਛ ਹੈ ਹੀ ਨਹੀਂ। ਮੈਂ ਮਛਲੀ ਕੈਸੇ ਅੰਤ ਲਾ, ਮੈਂ ਆਪਣੇ ਆਪ ਨੂੰ ਇੱਕ ਮਛਲੀ। ਉਸੇ ਸ਼ਬਦ ਦੇ ਵਿੱਚ ਅੱਗੇ ਕਹਿੰਦੇ ਨੇ ਬਿਆਂ ਦਰ ਨਾ ਹੀ ਕੈ ਦਰ ਜਾਓ। ਬਿਆਂ ਦਾ ਮਤਲਬ ਹੁੰਦਾ ਦੂਜਾ, ਕੋਈ ਹੋਰ ਦੂਜਾ ਦਰਵਾਜ਼ਾ ਨਹੀਂ। ਜਿੱਥੇ ਹੁਣ ਕਿਹੜਾ ਦਰਵਾਜ਼ਾ ਹੋਵੇਗਾ, ਉੱਥੇ ਵੀ ਦਰ ਦੇ ਰਾਰੇ ਨੂੰ ਔਂਕੜ। ਦੇਖੋ, ਦਰ ਦਾ ਮਤਲਬ ਜਦੋਂ ਅਸੀਂ ਇੱਕ ਈਡੀਅਮ ਜਾਂ ਮੁਹਾਵਰੇ ਦੇ ਤਰਫ ਜਦੋਂ ਅਸੀਂ ਸਮਝਦੇ ਹਾਂ ਨਾ, ਅਤੇ ਜਦੋਂ ਅਸੀਂ ਕਹਿੰਦੇ ਹਾਂ ਕਿ ਦਰ ਦਰ ਦੀਆਂ ਠੋਕਰਾਂ ਖਾਂਦਾ, ਹੁਣ ਦਰਵਾਜ਼ੇ ਉਹਦਾ ਮਤਲਬ ਹੁੰਦਾ ਕਿ ਹਰ ਇੱਕ ਜਗ੍ਹਾ। ਜਾਂ ਅਸੀਂ ਕਹਿੰਦੇ ਹਾਂ ਕਿ ਇਹ ਬੰਦਾ ਫਲਾਣੇ ਦੇ ਦਰ 'ਤੇ ਪਿਆ ਹੈ, ਉਹਦੇ ਦਰਵਾਜ਼ੇ 'ਤੇ ਹੀ ਪਿਆ। ਉਹ ਦਰਵਾਜ਼ੇ 'ਤੇ ਥੋੜ੍ਹਾ ਨਾ ਪਿਆ, ਦਰਵਾਜ਼ੇ 'ਤੇ ਪਿਆ, ਦਰ 'ਤੇ ਪਿਆ, ਦਰਵਾਜ਼ੇ 'ਤੇ ਪਿਆ ਦਾ ਮਤਲਬ ਹੁੰਦਾ ਉਹਦੇ ਅੱਗੇ ਇਹਨੇ ਸਰੈਂਡਰ ਕਰਤਾ, ਆਪਣੇ ਆਪ ਨੂੰ ਸਮਰਪਿਤ ਕਰਤਾ, ਉਹਦਾ ਹੀ ਹੋ ਗਿਆ। ਸੋ ਇਸ ਈਡੀਅਮ ਨੂੰ ਇਸ ਢੰਗ ਦੇ ਨਾਲ ਸਮਝਾਂਗੇ ਨਾ, ਫਿਰ ਸਾਨੂੰ ਸਮਝ ਆਏਗਾ ਕਿ ਸੋ ਦਰ ਦਾ ਮਤਲਬ ਹੁੰਦਾ ਹੈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਨਾ ਉਸ ਦਰ, ਉਸ ਰੱਬੀ ਨਿਯਮ ਦੇ ਅੱਗੇ, ਉਸ ਹੁਕਮ ਦੇ ਅੱਗੇ। ਔਰ ਦੂਜਾ ਦਰ ਦਾ ਅਰਥ ਬਣਦਾ ਦਰਬਾਰ ਵੀ, ਜਿਹੜੀ ਅਸੀਂ ਪਹਿਲੇ ਜ਼ਿਕਰ ਕੀਤਾ। ਅਤੇ ਦਰਬਾਰ ਵੀ
ਕੋਈ ਵੱਖਰਾ ਉੱਥੇ ਇਸ ਤਰ੍ਹਾਂ ਕੋਈ ਸਟੇਜ ਲਗਾ ਕੇ ਕੋਈ ਵੱਖਰੀ ਕੋਈ ਉੱਥੇ ਸਿੰਘਾਸਨ ਲਗਾ ਕੇ ਦਰਬਾਰ ਦੀ ਗੱਲ ਨਹੀਂ ਚੱਲ ਰਹੀ। ਗੁਰਬਾਣੀ ਦੀ ਜਦੋਂ ਦਰਬਾਰ ਦੀ ਗੱਲ ਆਉਂਦੀ ਹੈ ਤਾਂ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪ੍ਰਵਾਨ, ਜਪਜੀ ਸਾਹਿਬ 'ਚ ਅਸੀਂ ਪੜ੍ਹ ਕੇ ਆਏ। ਉਹਦਾ ਦਰਬਾਰ ਸੱਚਾ ਹੈ, ਆਪ ਵੀ ਸੱਚਾ ਹੈ। ਤਿੱਥੇ ਸੋਹਣ ਪੰਜ ਪ੍ਰਵਾਨ। ਪੰਜ ਪ੍ਰਵਾਨ ਕਿਹੜੇ ਨੇ? ਉਹ ਵੀ ਜਪਜੀ ਸਾਹਿਬ 'ਚ ਸਾਨੂੰ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ। ਉਹ ਪੰਜ ਨੇ ਜਿਹੜੇ ਰੱਬੀ ਗੁਣ। ਸੋ ਉਸ ਦਰਬਾਰ ਦਾ ਜਿਹੜਾ ਜ਼ਿਕਰ ਕੀਤਾ ਨਾ, ਉਹ ਪੂਰੀ ਕਾਇਨਾਤ ਦੇ ਵਿੱਚ ਉਹਦਾ ਦਰਬਾਰ ਹੈ, ਕੋਈ ਵੱਖਰਾ ਦਰਬਾਰ ਨਹੀਂ ਲੱਗਾ ਹੋਇਆ। ਇਸ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ ਦਰਬਾਹਨ ਮੈਂ ਤੇਰੋ ਦਰਬਾਰ, ਦਰਬਾਹਨ ਮੈਂ ਤੇਰੋ ਦਰਬਾਰਾ ਸਰਨ ਪਾਲਨ ਟੀਕਾ। ਕਹਿੰਦੇ ਇੰਨਾ ਵੱਡਾ ਤੇਰਾ ਦਰਬਾਰ ਹੈ, ਦੁਨੀਆ ਦਾ ਕੋਈ ਬਾਦਸ਼ਾਹ ਹੋਏਗਾ ਨਾ, ਵੱਡੇ ਤੋਂ ਵੱਡਾ ਬਾਦਸ਼ਾਹ, ਉਹ ਆਪਣੀ ਜਿੰਨੀ ਉਹਦੀ ਰਿਆਇਆ, ਜਿੰਨੀ ਉਹਦੀ ਪਬਲਿਕ ਹੈ, ਜਿੰਨੀ ਉਹਦੀ ਜਨਤਾ ਹੈ, ਉਹਨਾਂ ਦੇ ਰਹਿਣ ਦਾ, ਖਾਣ ਪੀਣ ਦਾ, ਚੰਗੇ ਉਹਨਾਂ ਦੇ ਜ਼ਿੰਦਗੀ ਦਾ ਇੰਤਜ਼ਾਮ ਕਰ ਸਕਦਾ, ਲੇਕਿਨ ਲਿਮਿਟਿਡ ਜਿਤਨੀ ਉਹਦੀ ਰਿਆਸਤ ਹੈ। ਲੇਕਿਨ ਕਹਿੰਦੇ ਨੇ ਤੇਰੇ ਵਰਗਾ ਸਰਨ ਪਾਲਨ ਟੀਕਾ, ਮਤਲਬ ਟੀਕਾ ਹੁੰਦਾ ਜਿਹੜਾ ਸਭ ਤੋਂ ਸਰਵੋੱਚ। ਕਹਿੰਦਾ ਤੇਰੇ ਵਰਗਾ ਸਰਵੋੱਚ ਕੋਈ ਨਹੀਂ ਹੈਗਾ, ਤੂੰ ਤੇ ਸਾਰੀ ਦੁਨੀਆ ਦੀ ਪ੍ਰਤਿਪਾਲਨਾ ਸਿਰਫ ਮਨੁੱਖਾਂ ਦੀ ਨਹੀਂ, ਜਾਨਵਰਾਂ ਦੀ, ਪੰਛੀਆਂ ਦੀ, ਕੀੜਿਆਂ ਦੀ, ਕਿਸੇ ਧਰਤੀ ਦੇ ਵਿੱਚ ਬੈਠੇ ਹਰ ਇੱਕ ਦੀ ਪਾਲਣਾ ਕਰ ਰਿਹਾ ਤੂੰ ਤਾਂ। ਤੇਰੇ ਵਰਗਾ ਦਰਬਾਰ ਕਿਸ ਤਰ੍ਹਾਂ, ਇੰਨੇ ਵਰਗਾ ਬਾਦਸ਼ਾਹ ਕਿਸ ਤਰ੍ਹਾਂ ਹੋ ਸਕਦਾ? ਦਰਬਾਹਨ ਮੈਂ ਤੇਰੋ ਦਰਬਾਰਾ ਸਰਨ ਪਾਲਨ ਟੀਕਾ, ਲਖਮੀ ਕੇਤਕ ਗਣੀ ਨਾ ਜਾਣੀਏ ਗਨ ਨਾ ਸਕੋ ਸੀਕਾ। ਕਹਿੰਦਾ ਕਿਤਨੀ ਲਖਮੀ, ਕਿਤਨਾ ਸਰਮਾਇਆ, ਕਿਤਨਾ ਕੁਛ ਤੇਰੇ ਕੋਲ ਹੈਗਾ। ਕਹਿੰਦਾ ਅੱਜ ਤੱਕ ਕਿਸੇ ਨੂੰ ਪਤਾ ਹੈ ਕਿ ਕਿਤਨਾ ਸੋਨਾ, ਹੀਰਾ, ਜਵਾਹਰਾਤ, ਖਣਿਜ ਅੰਦਰੋਂ ਧਰਤੀ 'ਚੋਂ ਕੱਢ ਚੁੱਕਿਆ, ਤੇ ਕਿੰਨੇ ਹੋਰ ਪਏ ਨੇ? ਕੋਈ ਹੈ ਹਿਸਾਬ ਕਿਤਾਬ, ਕੋਈ ਕੈਲਕੂਲੇਸ਼ਨ ਕਿਸੇ ਕੋਲ? ਇੰਨਾ ਵੱਡਾ ਤੇਰਾ ਦਰਬਾਰ ਹੈ, ਇੰਨਾ ਵੱਡਾ ਤੂੰ ਪਾਲਣਹਾਰ ਹੈ। ਸੋ ਉਸ ਦਰਬਾਰ ਦੀ ਗੱਲ ਗੁਰੂ ਸਾਹਿਬ ਕਰਦੇ ਨੇ। ਔਰ ਉਸ ਜਗ੍ਹਾ, ਜਿਸ ਜਗ੍ਹਾ 'ਤੇ ਉਹ ਬੈਠਾ, ਹੁਣ ਇਹਦੇ 'ਤੇ ਜ਼ਿਕਰ ਆਉਂਦਾ ਨਾ ਕਿ ਬਈ ਕੋਈ ਜਗ੍ਹਾ ਤੇ ਬੈਠਾ, ਉਸ ਜਗ੍ਹਾ 'ਤੇ ਜਿਹੜਾ ਉਹ ਦੇਸ਼ ਹੈ ਜਿੱਥੇ ਉਹ ਵਸਦਾ ਹੈ, ਉਹਦਾ ਵਾਸਾ ਵੀ ਗੁਰਬਾਣੀ ਸਾਨੂੰ ਦੱਸਦੀ ਹੈ ਪਿਛਲੀ ਬਾਣੀ ਦੇ ਵਿੱਚ ਹੀ। ਸੱਚਖੰਡ ਵਸੈ ਨਿਰੰਕਾਰ। ਉਹਦਾ ਵਾਸਾ ਸੱਚਖੰਡ ਦੇ ਵਿੱਚ ਹੈ। ਅਤੇ ਸੱਚਖੰਡ ਸਾਰਾ ਅਸੀਂ ਸਮਝ ਕੇ ਆ ਚੁੱਕੇ ਹਾਂ ਕਿ ਇਹ ਮਨੁੱਖੀ ਸਰੀਰ ਔਰ ਪੂਰੀ ਕਾਇਨਾਤ ਇਹ ਸੱਚਖੰਡ ਹੈ। ਔਰ ਦੇਸ ਕਹਿੰਦੇ ਜੀਓ ਪਿੰਡ ਸਭ ਤਿਸਕਾ ਦੇਸ, ਇਹ ਉਹਦਾ ਦੇਸ ਹੈ। ਕਾਇਆ ਅੰਦਰ ਸਕੋਟ ਗੜ ਹੈ ਸਭ ਦਿਸੰਤਰ ਦੇਸ। ਹੁਣ ਖਾਸ ਦਰ ਸਲੰਡਰੈਂਸ ਔਰ ਪੂਰੀ ਕਾਇਨਾਤ ਦਰਬਾਰ ਜਦੋਂ ਸਮਝ ਆ ਜਾਂਦੀ ਨਾ, ਫਿਰ 100 ਦਰ ਤੋਂ ਬਾਅਦ ਫਿਰ ਸਾਨੂੰ ਅਗਲੀ ਸਮਝ ਵੀ ਆ ਜਾਏਗੀ 100 ਘਰ। ਪਹਿਲੇ ਇਹਨੂੰ ਇਸ ਟਰਮ ਨੂੰ ਸਮਝ ਲਈਏ, ਫਿਰ ਜ਼ਿਆਦਾ ਸੌਖਾ ਹੋ ਜਾਏਗਾ। ਘਰ ਦੇ ਅੱਗੇ ਵੀ 100 ਲੱਗਾ, ਖਾਸ ਘਰ। ਦੇਖੋ ਘਰ ਦੀ ਜਿਹੜੀ ਗੱਲ ਕੀਤੀ ਹੈ ਨਾ, ਘਰ ਜਦੋਂ ਤੱਕ ਆਪਣਾ ਵੀ ਕੋਈ ਵੀ ਘਰ ਹੋਏ ਨਾ, ਘਰ ਦੇ ਵਿੱਚ ਜਦੋਂ ਤੱਕ ਚੀਜ਼ਾਂ ਠੀਕ ਤਰੀਕੇ ਨਾਲ ਨਾ ਰੱਖੀਆਂ ਹੋਣ, ਖਿਲਾਰਾ ਪਿਆ ਹੋਏ, ਕੋਈ ਢੰਗ ਦਾ ਮਤਲਬ ਚੀਜ਼ ਨਾ ਰੱਖੀ ਹੋਏ, ਇੱਧਰ ਦਾ ਸਮਾਨ ਉੱਧਰ ਦਾ ਸਮਾਨ ਖਲੇਰਾ ਪਿਆ ਹੋਏ, ਮਿੱਟੀ ਘੱਟਾ ਹੋਏ, ਗੰਦ ਪਸਿਆ ਹੋਏ, ਉਸ ਘਰ ਦੇ ਵਿੱਚ ਵੜਨ ਨੂੰ ਜੀਅ ਨਹੀਂ ਕਰਦਾ, ਮਤਲਬ ਕਾਹਲ ਪੈਂਦੀ ਹੈ। ਔਰ ਉਹੀ ਘਰ ਜਦੋਂ ਤਰੀਕੇ ਨਾਲ ਹੋਏ, ਸਾਫ਼ ਸਫਾਈ ਹੋਏ, ਹਰ ਇੱਕ ਚੀਜ਼ ਤਰੀਕੇ ਨਾਲ ਰੱਖੀ ਹੋਏ, ਫਿਰ ਉਹੀ ਘਰ ਸਾਨੂੰ ਸੋਹਣਾ ਚੰਗਾ ਲੱਗਦਾ। ਘਰ ਉਹੀ ਹੁੰਦਾ। ਹੁਣ ਗੁਰੂ ਸਾਹਿਬ ਕਹਿੰਦੇ ਨੇ ਇਹ ਘਰ ਜਿਹੜਾ ਨਾ, ਕਹਿੰਦੇ ਜਦ ਤੱਕ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਣੀ। ਕਹਿੰਦੇ ਜਦ ਇਹ ਘਰ ਜਿਹੜਾ ਨਾ ਮੇਰਾ ਹਿਰਦਾ, ਕਹਿੰਦਾ ਜਦ ਤੱਕ ਇਸ ਘਰ ਨੂੰ ਮੈਂ ਨਹੀਂ ਸੀ ਪਛਾਣਿਆ, ਘਰ ਹੋਣ ਦਾ ਪੁਰਖ ਨਾ ਪਛਾਣਿਆ, ਅਭਿਮਾਨ ਮੁੱਠੇ ਅਹੰਕਾਰ, ਜਦ ਤੱਕ ਮੈਂ ਇਸ ਘਰ ਨੂੰ ਨਹੀਂ ਪਛਾਣਿਆ ਸੀ ਨਾ,
तद तक मेरी भटकना सी, भरम सी, हर तरह का भरम भटकना सी। जिस दिन मैं इस घर नूं सवारना शुरू किया, मेरी भटकना मुक गई। कहते ने सगल विधि जुर आहर किया, जुर मतलब जुझिया, सारी विधियां नाल जुझ लिया, बड़ियां मेहनतां कीतियां। सगल विधि जुर आहर किया, तजियो सगल अंदेसा। कहते हुण सारे मैं अंदेसे, सारी चिंतावां फिकर हटा दिते। हुण कीता की, कारज सगल आरंभ्यो घर का, ठाकुर का भरोसा। हुण मैं अपने घर नूं सवारना शुरू किया, मतलब हर चीज़ करीने दे नाल, ढंग दे नाल साफ सफाई शुरू की है। सो जदों इस घर की सफाई शुरू होंदी है ना, साफ होंदा घर, तां यह बनदा सो घर, खास घर। और जिस घर की सफाई होंदी है, सफाई मतलब उस अकाल पुरख की समझ सोझी आनी शुरू होंदी है, उस घर की भलाई होनी शुरू हो जाती। बाबा जय घर करते किरत होए, सो घर राख वडाइत होए। उस घर की, उस घर का भला, उस उसका जीवन सुधरना समझ लो। जो इस घर के सारी चीज़ां ठीक ढंग दे नाल, करीने दे नाल, समझ दे नाल, तरीके दे नाल रखनियां शुरू होंदियां। हुण वो दर खास दर और वो घर खास घर जदों समझ आंदा ना, फिर इस शब्द ते असीं आने, सो दर तेरा केहा सो घर केहा, जित बै सर्व संभाले, वाजे तेरे नाद अनेक असंखा, केते तेरे बावण हारे। उन्हें वखरा कोई जगह नहीं है, वखरा कोई दरबार नहीं है। हुण सो दर तेरा केहा जिहड़ा है ना, एक केहा क्वेश्चन मार्क नहीं है। इत्थे क्वेश्चन नहीं किया जा रहा कि वह दर केड़ा है, एक केहा विस्मादक रूप है। विस्मादक रूप जो होंदा ना, जो असी कोई चीज़ नूं असी बहुत अचंभे दे नाल देखते हैं, तो असी कहने वाह क्या बात है। हुण क्या बात है क्वेश्चन नहीं है, क्या बात है अचंभित होना, एक्सप्लेनेटरी जिन्होंने वो जड़ा अचंभित होना है ना, हैरान होना, वो उदों असी डिनोट करते हैं क्या बात है। इत्थे भी उस हैरानगी की गल चल रही है, सो दा तेरा केहा सो घर केहा, जित बै सर्व संभाले। इत्थे क्वेश्चन नहीं है। हुण वाजे तेरे नाद अनेक असंख्या। देखो जदों भी कोई आनंद होंदा है, खुशी होंदी है, खेड़ा होंदा है, साडे घर दे विच म्यूजिक चलदा। किसी दे घर सुन लिया ना बई घर दे अगे ढोल वजदा पिया, कुछ पुछण दी लोड़ नहीं होंदी। असीं पहले भी की गल की खुशी है इन्हां दे घर, मतलब असीं तो किसी ने पुछया, किसी नूं पुछण दी लोड़ थोड़ा पैंदी है कि भी इन्हां दे कोई घर गमी है, कोई प्रॉब्लम नहीं। ਇਹਦਾ मतलब इन्हां दे घर कोई खुशी हैगी, इन्हां दे घर कोई म्यूजिक बज रहा, कोई शनाइयां बज रही हैं, कोई ढोल बज रहा, कोई म्यूजिक बज रहा है, कोई डीजे लगा, कुछ भी। तो जदों वो आनंदित खेड़े वाली अवस्था होंदी है ना, उदों ये सारे वाजे वजदे ने, उदों गाउणा शुरू हो जाता, भाव ट्यूनिंग उस अकाल पुरख के, उस रब्बी के नियम के नाल ट्यूनड हो जाना। गावन तुदनो पाउण पानी बैसंतर, वो शरीर के जोड़े तत्त ने, वो तत्त जोड़े ने उस दे नाल ट्यूनड होंदे। पाउण पानी बैसंतर, गावे राजा धर्म द्वारे, गावन तुदनो चित्रगुप्त लिख जाना, लिख लिख धर्म विचारे। और जोड़े चित्रगुप्त जोड़े ने वो विचार साढ़े चित्रगुप्त जोड़े ने, वो साढ़े अंदर दे गुप्त विचार ने, साड़ियाँ सोचां। वो सोचां किहड़ियां होंदियां, लिख लिख धर्म विचारे, धर्म की विचार करके सोचां आंदियां। फिर उन्होंने लिखना आ जाता है। गावन तो चित्रगुप्त लिख जानन, वो जान जाते हैं कि की लिखना, किहड़ियां सोचां लियाणियां, किस तरह के भाव, किस तरह दीयां थॉट्स आनियां चाहिए, किहड़ियां थॉट्स आनियां, धर्म की विचार करके सोचां लिखते हैं।
ਸੋ ਇਸ ਤਰ੍ਹਾਂ ਗੱਲ ਇਸ ਤੋਂ ਬਾਅਦ ਨਾ ਇੱਕ ਲੰਬੀ ਲਿਸਟ ਹੈ, ਮੈਂ ਉਹ ਕਿਉਂਕਿ ਇਹ ਸਾਰੀਆਂ ਜਿਹੜੀਆਂ ਨਾ ਅੰਦਰ ਦੇ ਸਾਰੀਆਂ ਹੀ ਉਹ ਈਸਰ ਬਰਮਾ ਦੇਵੀ ਔਰ ਇੰਦ ਇੰਦਰਾਸਨ ਔਰ ਪੂਰੀ ਇੱਕ ਲੰਬੀ ਲਿਸਟ ਹੈਗੀ ਹੈ ਜਿਹੜੀ ਕਿ ਉਸ ਦੇ ਨਾਲ ਉਹ ਗਾਉਣ ਦੇ ਵਿੱਚ ਉਸ ਦੇ ਨਾਲ ਇੱਕ ਟਿਊਨਡ ਹੈ। ਲੇਕਿਨ ਇਹ ਸਾਰੀਆਂ ਲਿਸਟਾਂ ਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖੀਏ, ਗੁਰਬਾਣੀ ਕਿਸੇ ਵੀ ਬਾਹਰਲੇ ਦੇਵੀ ਦੇਵਤੇ ਨੂੰ ਨਹੀਂ, ਮੇਰੇ ਦੇਵੀ ਦੇਵਤਿਆਂ ਦਾ ਵੀ ਜ਼ਿਕਰ ਹੈ, ਮਹਾਬਲ ਸੂਰਾਂ ਦਾ, ਜੋਗੀਆਂ ਦਾ, ਸਭ ਤਰ੍ਹਾਂ ਦੇ, ਲੇਕਿਨ ਕਿਸੇ ਵੀ ਬਾਹਰਲੇ ਦੇਵੀ ਦੇਵਤੇ ਨੂੰ, ਇੰਦਰ ਨੂੰ, ਬ੍ਰਹਮਾ ਦੀ ਜਿਹੜੀ ਐਗਜ਼ਿਸਟੈਂਸ ਨੂੰ ਗੁਰਬਾਣੀ ਨਹੀਂ ਮੰਨਦੀ। ਇੱਕ ਓਂਕਾਰ ਦਾ ਸਿਧਾਂਤ ਪਹਿਲੇ ਅਸੀਂ ਇਸ ਕਰਕੇ ਦ੍ਰਿੜ ਕੀਤਾ। ਲੇਕਿਨ ਇਹ ਕਿਹੜੀਆਂ ਨੇ ਇਹ ਸਾਰੀਆਂ ਟਰਮਸ ਨੇ, ਉਹਨੂੰ ਅਸੀਂ ਅਗਰ ਡਿਟੇਲ 'ਚ ਕਰਾਂਗੇ ਬੜਾ ਲੰਬਾ ਸਮਾਂ ਚਾਹੀਦਾ। ਲੇਕਿਨ ਸਾਰੀਆਂ ਲਿਸਟਾਂ ਤੋਂ ਬਾਅਦ ਇੱਕ ਜਿਹੜੀ ਗੱਲ ਕੀਤੀ ਹੈ ਨਾ ਗੁਰੂ ਸਾਹਿਬ ਨੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ, ਇਹਨੂੰ ਅਸੀਂ ਜਰਾ ਧਿਆਨ ਨਾਲ ਨਿਖੇੜ ਕੇ ਪੜ੍ਹੀਏ ਕਿ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ। ਅਤੇ ਜਦੋਂ ਅਸੀਂ ਰੁਕ ਕੇ ਪੜ੍ਹਾਂਗੇ ਨਾ ਅਤੇ ਇੱਥੋਂ ਫਿਰ ਸਾਨੂੰ ਗੱਲ ਜਿਹੜੀ ਜ਼ਿਆਦਾ ਸਮਝ ਆਉਂਦੀ ਹੈ। ਔਰ ਇੱਕ ਗੱਲ ਹੋਰ ਇਹਦੇ 'ਚ ਖਾਸ ਧਿਆਨ ਦੇਣ ਵਾਲੀ ਹੈ, ਥੋੜ੍ਹੀ ਗ੍ਰਾਮਰ ਦੀ ਵੀ ਇਹਦੇ 'ਚ ਗੱਲ ਕਰੀਏ। ਜਿੱਥੇ ਲਫ਼ਜ਼ ਸੋਈ ਆਏਗਾ, ਸੋਈ ਦਾ ਮਤਲਬ ਹੋਏਗਾ ਇੱਕ ਵਚਨ, ਔਰ ਜਿੱਥੇ ਸੋਈ ਦੇ ਹੋੜਾ ਲੱਗਾ, ਸੋਈ ਨੂੰ ਸਹੀ ਆ ਜਾਏਗਾ ਅਤੇ ਸਹੀ ਦਾ ਮਤਲਬ ਹੋ ਜਾਏਗਾ ਬਹੁਵਚਨ। ਉਦਾਹਰਨ ਦੇ ਤੌਰ 'ਤੇ ਜਦੋਂ ਅਸੀਂ ਸਹੀ ਤੁਧ ਨੂੰ ਗਾਵਨ ਜੋ ਤੁਧ ਪਾਵਨ, ਸਹੀ ਬਹੁਤ ਸਾਰੇ, ਔਰ ਇੱਕ ਵਚਨ ਸੋਈ ਸੋਈ ਸਦਾ ਸੱਚ ਸਾਹਿਬ ਅਸੀਂ ਪੜ੍ਹ ਚੁੱਕੇ ਹਾਂ। ਇਸ ਤੋਂ ਇਲਾਵਾ ਜਿਹੜੇ ਉਦਾਹਰਣ ਮੈਂ ਤੁਹਾਨੂੰ, ਸੱਜਣ ਸਹੀ ਨਾਲ ਮੈਂ, ਹੁਣ ਸਹੀ ਕੀ ਹੋ ਗਿਆ? ਬਹੁਵਚਨ। ਸੱਜਣ ਸਹੀ ਨਾਲ ਮੈਂ, ਹੈ ਨਾ। ਸੂਚੇ ਸੇ ਨਾ ਆਖੀਏ ਜਿਨ ਮਨ ਵਸਿਆ ਸੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸ, ਸਹੀ ਮਤਲਬ ਬਹੁਤ ਸਾਰੇ, ਇਹ ਬਹੁਵਚਨ ਹੋ ਗਿਆ। ਸੂਚੇ ਇਹ ਨਾ ਆਖੀਏ ਜੋ ਬਹਿਣ ਜੇ ਪਿੰਡਾਂ ਤੋਂ, ਸੂਚੇ ਸਹੀ ਨਾਨਕਾ ਜਿਨ ਵਸ। ਹੁਣ ਕਹੋ ਨਾਨਕ ਸਹੀ ਜਨ ਪੂਰੇ, ਬਹੁਵਚਨ ਹੋ ਗਿਆ। ਹੁਣ ਇਹ ਸਹੀ ਔਰ ਸੋਈ ਨੂੰ ਅਸੀਂ ਥੋੜ੍ਹਾ ਜਿਹਾ ਗ੍ਰਾਮਰ ਨੂੰ ਅਸੀਂ ਪਛਾਣ ਲਈਏ। ਜਿੱਥੇ ਸੋਈ ਆ ਜਾਏਗਾ ਉੱਥੇ ਇੱਕ ਵਚਨ ਹੋਏਗਾ, ਜਿੱਥੇ ਸਹੀ ਆ ਜਾਏਗਾ ਉੱਥੇ ਬਹੁਵਚਨ ਦੀ ਗੱਲ ਹੈ। ਇਹਨੂੰ ਅਸੀਂ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ, ਇਸ ਜਦੋਂ ਅਸੀਂ ਖਾਸ ਤੌਰ 'ਤੇ ਮੈਂ ਇਹਦੀ ਜਿਹੜੀ ਕਿਉਂਕਿ ਸ਼ਬਦ ਬਹੁਤ ਲੰਬਾ ਅਤੇ ਇਹਦੀ ਇੱਕ ਇੱਕ ਟਰਮਸ ਨੂੰ ਅਸੀਂ ਸਮਝੀਏ ਤਾਂ ਬੜਾ ਉਹਨੂੰ ਹੋਰ ਅੱਗੇ ਵੀ ਅਸੀਂ ਕੰਟੀਨਿਊ ਕਰ ਸਕਦੇ, ਲੇਕਿਨ ਅਸੀਂ ਸੋ ਦਰ ਔਰ ਸੋ ਘਰ ਨੂੰ ਅਸੀਂ ਖਾਸ ਤੌਰ 'ਤੇ ਅਸੀਂ ਸਮਝ ਰਹੇ ਸੀ। ਅੱਗੇ ਜਦੋਂ ਅਖੀਰ 'ਚ ਕਹਿੰਦੇ ਨੇ ਜੋ ਤਿਸ ਭਾਵ ਹੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਜੋ ਤਿਸ ਭਾਵ ਹੈ ਮਤਲਬ ਉਸ ਦਾ ਹੁਕਮ, ਭਾਵੈ ਦਾ ਦੂਜਾ ਅਰਥ ਹੁਕਮ ਹੀ ਹੈ। ਸੋਈ ਕਰਸੀ ਫਿਰ ਹੁਕਮ ਕਰਨਾ ਚਾਹੀ, ਫਿਰ ਹੁਕਮ ਤੋਂ ਭਾਵ ਉਸ ਦੇ ਨਿਯਮ ਦੇ ਉੱਪਰ ਕਿਸੇ ਦਾ ਹੁਕਮ ਨਹੀਂ ਚੱਲਦਾ। ਸੋ ਪਾਤਸ਼ਾਹ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ। ਗੁਰੂ ਸਾਹਿਬ ਕਹਿੰਦੇ ਨੇ ਉਹ ਪੱਤ ਦਾ ਜਿਹੜਾ ਰੱਖਣ ਵਾਲਾ ਹੈ, ਉਹਨੂੰ ਉਹਦੀ ਰਜ਼ਾ ਦੇ ਵਿੱਚ ਹੀ ਮੈਂ ਰਹਿਣਾ ਚਾਹੁੰਦਾ। ਸੋ ਅੱਜ ਸ਼ੁਰੂਆਤ ਸੀ, ਇਹਨੂੰ ਅਸੀਂ ਹੋਰ ਅੱਗੇ ਵੀ ਕਰ ਸਕਦੇ ਹਾਂ। ਇੱਕ ਇੱਕ ਗੱਲ ਨੂੰ ਅਸੀਂ ਡਿਟੇਲ ਸਮਝੀਏ, ਸਮਾਂ ਜ਼ਿਆਦਾ ਹੋ ਜਾਏਗਾ। ਪਰ ਖਾਸ ਜਿਹੜੀ ਅੱਜ ਅਸੀਂ ਗੱਲ ਜਿਹੜੀ ਸੋ ਦਰ ਔਰ ਸੋ ਘਰ, ਖਾਸ ਦਰ ਔਰ ਖਾਸ ਘਰ ਦੀ ਸਮਝੀਏ, ਕਿਉਂਕਿ ਇਸ ਸ਼ਬਦਾਂ ਤੋਂ ਬਾਅਦ ਇਹ ਪੂਰਾ ਇੱਕ ਸੈੱਟ ਸ਼ਬਦਾਂ ਦਾ, ਇਸ ਤੋਂ ਅੱਗੇ ਇੱਕ ਹੋਰ ਸ਼ਬਦਾਂ ਦਾ ਸੈੱਟ ਆਉਣ ਵਿੱਚ ਆਏਗਾ ਸੋ ਪੁਰਖ। ਸੋ ਸਾਨੂੰ ਉਸ ਸ਼ਬਦਾਂ ਨੂੰ ਸਮਝਣ ਦੀ ਵੀ ਸਾਨੂੰ ਜਿਹੜੀ ਆਸਾਨੀ ਹੋਏਗੀ। ਸੋ ਅੱਜ ਦੀ ਜਿਹੜੀ ਜਿਤਨੀ ਕਿ ਵਿਚਾਰ ਅਸੀਂ ਕਰ ਸਕੇ ਹਾਂ, ਇਹਨੂੰ ਹੋਰ ਅਸੀਂ ਅਗਲੇ ਸੈਗਮੈਂਟ ਦੇ ਵਿੱਚ, ਅਗਲੀ ਕਲਾਸ ਦੇ ਵਿੱਚ ਹੋਰ ਇਹਨੂੰ ਕੰਟੀਨਿਊ ਕਰ ਸਕਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।